तो कई बहुतिया शब्दों च एक रहाओ, कई दो, तो कई दो तो भी ज़्यादा, 4 5 6 तक भी आने। भी ये क्यों ने? मैं MP सिंह जी ਨੂੰ ਬੇਨਤੀ ਕਰਾਂਗਾ ਵੀ ਇਹਦੇ ਬਾਰੇ ਥੋੜਾ ਚਾਨਣਾ ਪਾਣ। MP ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਵੀਰ ਜੀ ਨੇ ਦੱਸਿਆ ਹੈ ਕਿ ਕੁਝ ਸ਼ਬਦਾਂ ਵਿੱਚ ਇੱਕ ਰਾਹ ਹੁੰਦਾ ਹੈ, ਕਈਆਂ ਦੇ ਵਿੱਚ ਦੋ, ਕਈਆਂ ਵਿੱਚ ਚਾਰ ਅਤੇ ਉਸ ਤੋਂ ਬਾਅਦ 6 ਤੱਕ ਵੀ ਰਾਹ ਆਏ ਹਨ। ਤੇ ਇਹ ਵੀ ਸਾਰੇ ਜਾਣਦੇ ਹੀ ਹਨ ਕਿ ਕਈ ਸ਼ਬਦਾਂ 'ਚ ਰਹਾਓ ਹੁੰਦਾ ਹੀ ਨਹੀਂ ਹੈ, ਉਹ ਜ਼ੀਰੋ ਹੀ ਹੈ। ਮਤਲਬ ਜਿਹੜੇ ਕਿਹੜੇ ਸ਼ਬਦ, ਬਹੁਤੇ ਸ਼ਬਦ ਐਸੇ ਹਨ ਜਿਨ੍ਹਾਂ ਵਿੱਚ ਰਾਹੋ ਹੈ ਹੀ ਨਹੀਂ ਹੈ। ਤਾਂ ਕਈਆਂ ਦੇ ਮਨ 'ਚ ਉੱਥੇ ਡਾਊਟ ਆ ਜਾਏਗਾ ਵੀ ਜੇ ਰਾਹੋ ਹੈ ਹੀ ਨਹੀਂ ਇਹਦਾ ਮਤਲਬ ਕੋਈ ਕੇਂਦਰੀ ਭਾਵ ਹੀ ਨਹੀਂ ਹੈ। ਤੋ ਐਸੀ ਗੱਲ ਨਹੀਂ ਹੈ। ਉੱਥੇ ਸਿਰਫ ਇਹ ਹੈ ਕਿ ਵੀ ਜੋ ਸ਼ਬਦ ਦੀ ਚਾਲ ਦੇ ਵਿੱਚ ਕਿਸੇ ਇੱਕ ਵੱਖਰੇ ਬੰਦ ਦੇ ਵਿੱਚ ਉਚੇਚੇ ਤੌਰ ਦੇ ਉੱਤੇ ਕੋਈ ਇੱਕ ਕੇਂਦਰੀ ਭਾਵ ਨਹੀਂ ਹੈ, ਬਲਕਿ ਜੋ ਸ਼ਬਦ ਦੀ ਜੋ ਪੂਰੀ ਨਾਰਮਲ ਚਾਲ ਚੱਲ ਰਹੀ ਹੈ ਉਹਦੇ ਵਿੱਚ ਪ੍ਰਕਰਨ ਨੂੰ ਨਾਰਮਲੀ ਉਹਨੂੰ ਲਿਆ ਗਿਆ ਹੈ ਤੇ ਸਾਰੇ ਸ਼ਬਦ ਨੂੰ ਧਿਆਨ 'ਚ ਰੱਖ ਕੇ ਵਿਚਾਰ ਕਰਨੀ ਹੈ। ਪਰ ਐਸੇ ਸ਼ਬਦਾਂ 'ਚ ਆਮ ਤੌਰ ਤੇ ਔਰ ਜਿਵੇਂ ਖਾਸ ਤੌਰ ਤੇ ਵਾਰਾਂ ਦੀਆਂ ਪੌੜੀਆਂ ਹੁੰਦੀਆਂ ਹਨ, ਉਹਨਾਂ ਦੇ ਵਿੱਚ ਵੀ ਜੋ ਆਖਰੀ ਪੰਕਤੀ ਹੁੰਦੀ ਹੈ ਉਹਦੇ ਵਿੱਚ ਜਿਹੜਾ ਹੈ ਮੇਨ ਕਨਕਲੂਜਨ ਹੁੰਦਾ ਹੈ ਸ਼ਬਦ ਦੇ ਭਾਵ ਦਾ। ਤੋ ਜਿੱਥੇ ਰਹਾਓ ਨਹੀਂ ਹੁੰਦਾ ਉੱਥੇ ਆਮ ਤੌਰ ਤੇ ਸ਼ਬਦ ਦੀ ਆਖਰੀ ਪੰਕਤੀ ਜਿਹੜੀ ਹੈ ਉਹ ਕੇਂਦਰੀ ਭਾਵ ਜਾਂ ਇਹ ਕਹੋ ਕਿ ਜੋ ਮੇਨ ਮੁੱਦਾ ਹੁੰਦਾ ਸ਼ਬਦ ਦਾ ਉਹਦਾ ਕਨਕਲੂਜਨ ਉਹਦੇ ਵਿੱਚ ਦਿੱਤਾ ਜਾਂਦਾ ਹੈ। ਜਿੱਥੇ ਇੱਕ ਰਾਓ ਹੈ ਉਹ ਸਾਰਿਆਂ ਨੂੰ ਗੱਲ ਸਪਸ਼ਟ ਹੈ ਕਿ ਉਹ ਰਾਓ ਦੀ ਪੰਕਤੀ ਜਿਹੜੀ ਹੈ ਉਹ ਕੇਂਦਰੀ ਭਾਵ ਦੀ ਹੁੰਦੀ ਹੈ। ਜਿਨ੍ਹਾਂ ਸ਼ਬਦਾਂ ਵਿੱਚ ਦੋ ਰਾਓ ਹੁੰਦੇ ਹਨ, ਜਿਸ ਤਰ੍ਹਾਂ ਕਿ ਮਿਸਾਲ ਵਜੋਂ ਅਗਰ ਜੇ ਅਸੀਂ ਸ਼ਬਦ ਇੱਕ ਸੋਰਠ ਰਾਗ ਦਾ ਆਮ ਹੁਕਮਨਾਮੇ 'ਚ ਵੀ ਆਉਂਦਾ ਹੈ ਤੇ ਵੈਸੇ ਵੀ ਪੜ੍ਹਿਆ ਜਾਂਦਾ ਹੈ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਨਿਵਲ ਭਿਅੰਗਮ ਸਾਧੇ। ਮੇਰੀ ਵੈਸੇ ਬੇਨਤੀ ਹੈ ਸਰ ਚਰਨਜੀਤ ਸਿੰਘ ਜੀ ਨੂੰ ਕਿ ਅਗਰ ਜੇ ਸ਼ਬਦ ਸਕਰੀਨ ਤੇ ਡਿਸਪਲੇ ਕਰਾ ਦੇਣ ਤੇ ਜਦੋਂ ਅੱਗੇ ਅਸੀਂ ਚਾਰ ਰਾਹੋਂ ਵਾਲੇ ਸ਼ਬਦਾਂ ਦੀ ਗੱਲ ਕਰਾਂਗੇ ਤੇ ਸਾਹਮਣੇ ਸਕਰੀਨ ਤੇ ਅਗਰ ਸ਼ਬਦ ਆ ਜਾਣ ਤੇ ਅੱਛਾ ਰਹੇਗਾ। तो इस शब्द के अंदर जो पहला राहो है, प्यारे इन बिद मिलन न जाई, मैं किए कर्म अनेका, हार परे स्वामी के द्वारा तीजा बुद्ध विवेका। तो ये इस शब्द के अंदर एक समस्या जड़ी है गुरु साहब ने ध्यान च लियांदी है कि भाई इन्हां तरीकों के नाल परमात्मा नूं मिलिया नहीं जाता है। ये मैं सब टेस्ट करके देखे हुए हैं और जिथे लफज आए ने ना कि मैं किए कर्म अनेका, ਇਹਦੇ ਤੋਂ ਇਹ ਕਨਫਿਊਜ਼ਨ ਨਹੀਂ ਹੋ ਜਾਣਾ ਚਾਹੀਦਾ ਕਿ ਬਈ ਗੁਰੂ ਸਾਹਿਬ ਨੇ ਆਪ ਕਰਕੇ ਸਾਰੇ ਕਰਮ ਕੀਤੇ ਨੇ ਕਿ ਬਈ ਉਹਨਾਂ ਨੇ ਪਾਠ ਵੀ ਪੜ੍ਹੇ, ਨਿਵਲ ਭਿਅੰਗਮ ਵੀ ਕੀਤਾ ਜਾਂ ਤੀਰਥਾਂ ਤੇ ਵੀ ਗਏ ਜਾਂ ਨਗਨ ਵੀ ਰਹੇ, ਇਹ ਸਭ ਕੀਤਾ ਨਹੀਂ ਹੈ। ਇਹ ਕਵਿਤਾ ਦੇ ਇੱਕ ਸਟਾਈਲ ਹੁੰਦਾ ਹੈ ਕਿ ਕਵੀ ਜੋ ਹੈ ਉਹ ਸਬਜੈਕਟ ਮੈਟਰ ਨੂੰ ਫਸਟ ਪਰਸਨ 'ਚ ਆਪਣੇ ਉੱਤੇ ਘਟਾ ਕੇ ਗੱਲ ਕਰਦਾ ਹੈ ਸਰੋਤਿਆਂ ਨੂੰ ਸਮਝਾਉਣ ਦੀ ਖਾਤਰ। ਤੇ ਜੇ ਗੁਰੂ ਸਾਹਿਬ ਨੇ ਲਫ਼ਜ਼ ਵਰਤੇ ਹਨ ਮੈਂ ਕੀਏ ਕਰਮ ਅਨੇਕਾ, ਤਾਂ ਇਹਦਾ ਕੋਈ ਅਖਰੀ ਅਰਥ ਕਰਕੇ ਇਹ ਭਾਵ ਨਹੀਂ ਮਨ 'ਚ ਲੈ ਲੈਣਾ ਚਾਹੀਦਾ ਕਿ ਇਹ ਸਾਰੇ ਨਗਨ ਫਿਰਿਓ ਤੇ ਧਰਤੀ ਭ੍ਰਮਿਓ ਵਾਲੇ ਸਾਰੇ ਜਾਂ ਤੀਰਥਾਂ ਦੇ ਸਿਰ ਕਰਵਤ ਧਰਾਏ ਵਾਲੇ ਕੰਮ ਗੁਰੂ ਜੀ ਨੇ ਕਰਕੇ ਵੇਖੇ ਨੇ। ਇਹ ਸਿਰਫ ਉਹਨਾਂ ਨੇ ਕੰਸੀਡਰ ਕੀਤੇ ਨੇ, ਇਹਨਾਂ ਦੀ ਪਰਖ ਕੀਤੀ ਹੈ, ਜਾਂਚ ਕੀਤੀ ਹੈ ਤੇ ਉਹਨਾਂ ਨੇ ਨਿਰਣਾ ਕੱਢਿਆ ਕਿ ਇਹਨਾਂ ਨਾਲ ਕੁਝ ਨਹੀਂ ਹੁੰਦਾ। ਤਾਂ ਜਿੱਥੇ ਮੈਂ ਕੀਏ ਕਰਮ ਅਨੇਕਾ ਹੈ ਉਹਦਾ ਭਾਵ ਅਰਥ ਹੀ ਹੋਏਗਾ ਕਿ ਵੀ ਮੈਂ ਇਹ ਸਾਰੇ ਪਰਖ ਲਏ ਹਨ, ਇਹਨਾਂ ਵਿੱਚ ਕੁਝ ਨਹੀਂ ਹੈਗਾ, ਇਹਨਾਂ ਨਾਲ ਮਿਲਾਪ ਨਹੀਂ ਹੋ ਸਕਦਾ। तो ये समस्या है इस शब्द के अंदर कि भाई इन्होंने तरीकों नाल तो नहीं मिल सकता। तो परमात्मा अगे बेनती है कि मैनू विवेक बुद्धि बख्शो कि मैनू पता लगे कि भाई किवें मिलाप हो सकता है। तो बाकी के शब्द के अंदर पूरी डिटेल के अंदर फिर अलग अलग तरीके दस के अंतलियां पंक्तियां जो गुरु साहब ने निर्णय किया कि हर कीरत साध संगत है सिर कर्मन कै कर्मा कौ नानक किस भयो प्राप्त जिस पूर्व लिखे का लेना। तो जवाब इतने आके कंक्लूजन दे दिता। तो हुण वही जो समस्या राहो के पहले पते के अंदर गुरु साहब ने क्वेश्चन रेज किया सी, ਉਹਦਾ फाइनल जो आंसर है इसे अखीरलियां पंक्तियां के रैफरेंस दे के ਉਹਦਾ जवाब दूजे राहो के अंदर दे दिता। तेरो सेवक ए रंग माता भयो कृपाल दीन दुख भंजन हर हर कीर्तन ए मन राता। तो जिहड़ी हर कीरत साध संगत सिर कर्मन के कर्मां दी गल 8वें पदे 'ਚ समझाई ਸੀਗੀ ਉਹ ਜਵਾਬ ਦੇ ਵਜੋਂ ਸੀਗੀ, ਉਹਦਾ ਰੈਫਰੈਂਸ ਦੂਸਰੇ ਰਾਹ ਦੇ ਦੇ ਕੇ तो जो पहले राह ਦੇ ਜੋ ਪ੍ਰਸ਼ਨ ਸੀ ਉਹਦਾ ਜਵਾਬ ਦੂਜੇ ਰਾਹ ਵਿੱਚ ਆ ਗਿਆ। तो ਇਹ ਤਰੀਕਾ ਹੋਰ ਵੀ ਕਈ ਸ਼ਬਦਾਂ 'ਚ ਵਰਤਿਆ ਗਿਆ ਹੈ ਕਿ ਦੋ ਰਾਹ ਹੋਣ ਤੇ ਇੱਕ ਰਾਹ ਦੇ ਅੰਦਰ ਸਮੱਸਿਆ ਜਾਂ ਕੋਈ ਕੁਐਸਚਨ ਹੁੰਦਾ ਹੈ, ਦੂਸਰੇ ਰਾਹ ਦੇ ਵਿੱਚ ਉਹਦਾ ਨਿਰਣਾ ਤੇ ਜਾਂ ਉਹਦਾ ਆਨਸਰ ਹੁੰਦਾ ਹੈ। ਹੁਣ ਗੱਲ ਰਹਿ ਗਈ ਬਾਕੀ ਦੋ ਤੋਂ ਬਾਅਦ ਰਾਹ ਵਾਲੇ ਸ਼ਬਦਾਂ ਦੀ, ਉਹਨਾਂ ਦੀ ਵੀ ਅਸੀਂ ਦੋ ਤਿੰਨ ਮਿਸਾਲਾਂ ਦੇਖ ਲੈਂਦੇ ਹਾਂ। एक पहला शब्द है गुरु ग्रंथ साहब के पन्ना 16 के उपर श्री राग के अंदर, जिहदे राह की पंक्तियां हैं बाबा होर खाना खुशी इक वार।
तो ਵੀਰ ਜੀ ਨੂੰ ਬੇਨਤੀ ਕਰਾਂਗਾ ਜਿਹੜਾ ਪੰਨਾ 16 ਦੇ ਉੱਤੇ ਬਾਬਾ ਹੋਰ ਖਾਣਾ ਖੁਸ਼ੀ ਕੁਮਾਰ ਜਿਹੜਾ ਜਿਹਦੇ ਚ ਰਾਉ ਦੀ ਪੰਕਤੀ ਹੈ ਉਹ ਜ਼ਰਾ ਡਿਸਪਲੇ ਕਰਵਾ ਦੇਣ। हाँ जी, तो ये शब्द आरंभ तो जो है ऊपर होता है जिते सब रस मिठे मन्निया सुनिया सालों ने। तो वो पहले पते के अंदर खान पीन दियां जिहड़ियां वस्तुआं ने उन्हां दे स्वादां बारे गल कीती गई है ते उन्हां खान पीन दी वस्तुआं दा जिक्र करके फिर पहले पते तो बाद एक राहो है बाबा होर खाना खुशी खुआर जित खाधे तन पीड़ी है मन में चलै विकार। इसे तरह फिर दूजे पते के अंदर पहनन वाली चीज़ों का जिक्र है रत्ता पहनन मन रत्ता सुपेदी सतदान नीली से तो वखरे वखरे रंगों के और कपड़िया का जिक्र है। तो उसके बाद दूजा राहो आ जाता है बाबा होर पहनन खुशी खुआर जित पैदा तन पीड़ी है मन में चले विकार। इसी तरह ही इस शब्द के तीसरे पते के अंदर फिर जोड़े सवारी के साधन हैं घोड़े पाखर सोइने सखत इस तरह उन्होंने जिक्र किया है। तो फिर यदा तीसरा राहो है बाबा होर चढ़ना खुशी खुआर जित चढ़िया तन पीड़िया मन में चलना विकार। इस तरह ही चौथे पदे के अंदर फिर परमात्मा के हुक्म की जो खेड़ है उसकी गल नाल कीती है तो वो तो अवेसलेपन बारे भी सुचेत किया है कि घर मंदिर खुशी नाम की नजर तेरी परवार हुक्म सोई तुझ भावसी होर आखन बहुत अपार नानक सच्चा पातशाह पूछ ना करे विचार। ये पूछ ना करे विचार जिहड़ी है ये हुक्म की अवेसलेपन वाल इशारा करती है। ਜਿਹੜਾ ਬੰਦਾ ਲਾਪਰਵਾਹ ਹੈ ਹੁਕਮ ਦੀ ਖੇਡ ਤੋਂ परमात्मा ਦੀ ਨਜ਼ਰ ਤੋਂ ਉਹਨੂੰ ਉਸ ਅਵੇਸਲੇਪਨ ਦਾ ਜੋ ਜ਼ਿਕਰ ਹੈ ਉਸ ਵੱਲੋਂ ਸੁਚੇਤ ਕਰਨ ਵਾਸਤੇ ਫਿਰ ਚੌਥੇ ਰਾਹ ਦੇ ਅੰਦਰ ਗੱਲ ਆਈ ਹੈ ਬਾਬਾ ਹੋਰ ਸੋਨਾ ਖੁਸ਼ੀ ਖੁਆਰ ਜਿਤ ਸੁੱਤੇ ਤਨ ਪੀੜੀਏ ਮਨ ਮੈਂ ਚਲੇ ਵਿਕਾਰ। ਉੱਥੇ ਜੋ ਸੌਣ ਦਾ ਜੋ ਭਾਵਰਥ ਹੈ ਉਹ ਇਹ ਜੋ ਅਸੀਂ ਰਾਤ ਵੇਲੇ ਨੀਂਦਰ ਪੂਰੀ ਕਰਨ ਵਾਸਤੇ ਸੌਂਦੇ ਹਾਂ ਉਸ ਵੱਲ ਇਸ਼ਾਰਾ ਨਹੀਂ ਹੈ। ਇਹ ਸੁੱਤੇ ਹੋਣਾ ਅਵੇਸਲੇਪਨ ਵਾਸਤੇ इशारा है। जिस तरह के चौथे पदे के अंदर गल आई है कि पूछ ना करे विचार ये फिर उसके बारे फिर राह गल की गुरु साहब ने कि बाबा होर सोना खुशी खुआर जित सुत्ता है तन पीड़िया मन में चले विकार। तो ये इतों गल थोड़ी सानू आइडिया होना शुरू हो गया कि भी ये चार पदे हैं जिन्हों के अंदर चार वख-वख अंग लैके अल्टीमेटली गल जो है परमात्मा की रजा की हुक्म मनन की गल की गई है। पर वो चारों के मिसालां वक्खो वक्खरियां दित्तियां हैं ते उन्हां मिसालां नूं समझाउण वास्ते जिहड़ा उन्हां दे अंदर कॉमन लिंक है उस लिंक नूं एस्टैबलिश करन वास्ते राहो दे चार बंद इस्तेमाल किए गए हैं। जे चारों राहो इंडिपेंडेंटली पढ़े जान तो बाबा होर खाना खुशी खुआर बाबा होर पहनन खुशी खुआर बाबा होर चढ़ना खुशी खुआर बाबा होर सौना खुशी खुआर ये चारों एक लिंक इन्हां दे अंदर अपने आप विच है। भावें शब्द के अंदर वक्री वक्री मिसालां इस्तेमाल की गई हैं। इसी तरह एक शब्द होर असीं देखते हैं पन्ना नंबर 96 के उत्ते माझ राग के अंदर मेरा मन लोचा है गुरदर्शन ताई। उस शब्द के अंदर भी चार राहो ने। एक सेकंड जो शब्द डिस्प्ले करा दे मेरा मन लोचा है गुरदर्शन ताई। हाँ जी, तो इस शब्द के अंदर भी देखो गुरु अर्जन पातशाह का शब्द है। मैं वैसे पासिंग रेफरेंस दे दिया कि भी इस शब्द का बहुत साढ़े बुलारिया ने और कथा करने वाले ने मिसयूज किया है। गुरु अर्जन पातशाह की चिट्ठियां की कहानी नाल जोड़ के वो वखरा विषय है वो चिट्ठियां का इस नाल कोई तल्लक है नहीं है वो कहानी बिल्कुल ही मन घड़त है। खैर गल असीं करिए शब्द के अर्थां की और राहो के जो कॉन्सैप्ट है अंदर चार राहो ने। तो पहले पते के अंदर गुरु के दर्शनां की तांग की गल की गई है जिहदे विच चातरिक दा मिसाल ली गई है प्यास की गल की गई है और परंतु परमात्मा के दर्शनों तो बिना जड़ा है मैनू जो है शांति नहीं आती। एक सेकंड क्षमा करना। तो उसे सब्जेक्ट मैटर को समझाने वास्ते जो ओदा फिर राहो है कि हों कोली जियो कोल कुमाई गुरदर्शन संत प्यारे जियो। तो राहो के बंद के अंदर गुरु के दर्शनों के बारे जी तांग है वो गल कर दी गई है। दूसरे पदे के अंदर फिर परमात्मा की सिफत सलाह करदे होए ਉਹਦੇ दीदार की तांग की गल की गई है। नाल ही ਉਹਦਾ जो स्वरूप मन के अंदर बैठा होंदा है तेरा मुख सुहावा जियो सहज तुलबाणी चिर हुआ देखे सारंग पानी तनसु देश जहां तू वसिया मेरे सज्जन मीत मुरारे जियो। तो ਉਹਦੇ ਵਿੱਚ परमात्मा ਦੇ एक जिवें मन के अंदर एक नक्शा बनया होया है ਉਹਦੇ दर्शनां की तांग है जो मैं अपने मन च स्वरूप घड़िया आया है।
तो वो मेरे प्यारा लगता है, तू मैनू मेरा सज्जन लगना है। ये गल एक्सप्लेन की गई है। उससे ब्रीफ फिर दूसरे राव के अंदर गुरु साहब ने सेम जो शब्दावली वरत के गल स्पष्ट कर दी भी हों कोहली हों कोल कमाई गुरसज्जन मीत मुरारे जीओ। इसे तरह ही तीसरा पदा है, ਉਹਦੇ ਵਿੱਚ ਵੀ ਮਿਲਾਪ ਦੀ ਜਿਹੜੀ ਹੁਣ ਹੋਰ ਤੜਪ ਵੱਧ ਗਈ ਹੈ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲਿਆ ਪ੍ਰਿਆ ਤੁਧ ਭਗਵੰਤਾ, ਮੋਇ ਰਹਿਣ ਨਾ ਵਿਆਹਵੇ ਨੀਂਦ ਨਾ ਆਵੇ ਬਿਨ ਦੇਖੇ ਗੁਰੂ ਦੇ ਬਾਰੇ ਜੀਓ। ਉੱਥੇ ਜਿੱਥੇ ਗੁਰੂ ਦਾ ਵਾਸਾ ਹੈ, ਪ੍ਰਮਾਤਮਾ ਦਾ ਵਾਸਾ ਹੈ, ਮੈਨੂੰ ਉਸ ਤੋਂ ਬਿਨਾਂ ਚੈਨ ਨਹੀਂ ਮਿਲਦੀ। ਉਸੇ ਭਾਵ ਅਰਥ ਨੂੰ ਸੰਖੇਪ ਵਿੱਚ ਕਰਦਿਆਂ ਤੀਸਰੇ ਰਾਹ ਦੇ ਵਿੱਚ ਗੱਲ ਸਪਸ਼ਟ ਕਰ ਦਿੱਤੀ, ਹੋਂ ਕੋਲੀ ਜੀਓ ਕੋਲ ਕਮਾਈ ਤੇ ਸੱਚੇ ਗੁਰੂ ਦਰਬਾਰੇ ਜੀਓ। ਇਸੇ ਤਰ੍ਹਾਂ ਫਿਰ ਚੌਥੇ ਪਦੇ 'ਚ ਹੁਣ ਜਾ ਕੇ ਮਿਲਾਪ ਦੀ ਅਵਸਥਾ ਦੀ ਗੱਲ ਆ ਗਈ कि भाग हुआ गुरु संत मिलाया, प्रभ विनाशी घर में पाया, सेव करी पल चसा ना बिछुना, जन नानक दास तुम्हारे जियो। समर्पण की गल आ गई ते नाल ही आ गई कि घर विच ही परमात्मा दे दीदार हो गए। जिहड़ी मेरी भटकना सी, मेरी तड़प सी, ਉਹਦਾ ਨਿਵਾਰਨ ਮੈਨੂੰ ਆਪਣੇ ਹਿਰਦੇ ਵਿੱਚੋਂ ਹੀ ਹੋ ਗਿਆ। तो ਉਹ ਹੋਇਆ ਕਿਵੇਂ? ਜਦੋਂ ਆਪਾਂ ਭਾਵ ਸਮਰਪਣ ਦੀ ਕੀਤਾ। ਸਮਰਪਣ ਦੀ ਭਾਵਨਾ ਜਿਹੜੀ ਹੈ ਉਹ ਸੈਂਟਰਲ ਆਈਡੀਆ ਹੈ ਉਸ ਚੌਥੇ ਪਦੇ ਦਾ। ਉਹਨੂੰ ਫਿਰ ਚੌਥੇ ਰਾਹ ਦੇ ਅੰਦਰ ਗੱਲ ਸਪਸ਼ਟ ਕਰ ਦਿੱਤੀ ਕਿ ਹੋਂ ਕੋਲੀ ਜੀਓ ਕੋਲ ਕਮਾਈ, ਜਨ ਨਾਨਕ ਦਾਸ ਤੁਮਾਰੇ ਜੀਓ। तो ਇਹ ਚਾਰਾਂ ਰਾਹ ਦੇ ਅੰਦਰ ਜਿਹੜੇ ਚਾਰ ਪਦਿਆਂ ਦੇ ਅੰਦਰ ਗੱਲ ਡਿਸਕਸ ਕੀਤੀ ਗਈ, ਉਹਨਾਂ ਦਾ ਹੀ ਭਾਵ ਸੰਖੇਪ ਵਿੱਚ ਕਰਕੇ ਚਾਰੋਂ ਰਾਹ ਦੇ ਅੰਦਰ ਦੇ ਦਿੱਤਾ ਗਿਆ। ਪਰ ਚਾਰਾਂ ਦੇ ਅੰਦਰ ਇੱਕ ਲੜੀ ਇੱਕ ਲਿੰਕ ਕਾਇਮ ਰੱਖਿਆ ਗਿਆ, ਹੋਂ ਕੋਲੀ ਜੀਓ ਕੋਲ ਕਮਾਈ ਦਾ। ਉਹ ਇਹ ਟੈਕਨੀਕ ਗੁਰੂ ਸਾਹਿਬ ਨੇ ਵਰਤੀ। ਜਿੱਥੇ ਤੱਕ ਮੈਨੂੰ ਸਮਝ ਆਈ ਹੈ ਵੀ ਜਿੱਥੇ ਵੀ ਮਲਟੀਪਲ ਰਾਹ ਹੈਗੇ ਨੇ, ਇਸੇ ਤਰ੍ਹਾਂ ਹੀ ਇੱਕ ਸਿਰਫ ਦਿਖਾਉਣ ਵਾਸਤੇ ਮੈਂ ਮਿਸਾਲ ਇੱਕ ਹੋਰ ਬੇਨਤੀ ਕਰਾਂਗਾ। ਜਿਹੜਾ 660 ਪੰਨੇ ਤੇ ਇੱਕ ਸ਼ਬਦ ਹੈ, ਜਿਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ। ਤਨਾਸਰੀ ਰਾਗ ਦੇ ਜਿਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ। ये डिस्प्ले करा दो, जियो डरत है अपना जे समा ऊपर हो गया तो मैं फिर उसको छड़ देता हाँ। तो मतलब जो मेन गल जो क्लीयर होनी है वही है कि जिथे चार राहो या वध राहो होंदे ने, उन्हां चारां दे विच एक कॉमन लड़ी हुंदी, लिंक हुंदा है। ते जिहड़े अलग अलग पदे होंदे ने, एक एक पदे दा जो पावर्थ हुंदा है वो राहो दे अंदर संखेप च नाल दित्ता गया हुंदा है। तो चारा राहों अगर मिला के पढ़ो तो एक लड़ी बन जाती है। तो मेरे हिसाब नाल इस अखर नाल गल स्पष्ट हो जानी चाहिए है। तीसरी मिसाल जी भाई साहब जोड़े भी हैं पाठ आप करके देखेंगे तो भी आइडिया उतों भी क्लीयर हो जाएगा। वाहिगुरू जी का खालसा, वाहिगुरू जी की फतेह। प्रिया जी MP सिंह जी ने पूरा एक्सप्लेन किया नाल गुरबाणी की उदाहरण दे के। तो फिर भी अगर किसी दे कोई होर मन च नवा ख्याल है या कोई चीज़ नूं करैक्शन या एडिशन करनी है, वो कृपा करके अपना सवाल जिहड़ा वो भेज सकते हैं। अज 7-8 मिनट समा ज़्यादा हो गया, उधर आप पासा मैं संगत पासों क्षमा मंगदा। एक सज्जन का चैट में मैसेज आया है कि अंक 81-82 ते बंजारा बाणी के अंदर एक शब्द है जिहदे 6 राह ने। तो बेनती है कि असीं उस शब्द नूं दोबारा पढ़ांगे, समझांगे। जे कोई गल उहदे चों फिर होर शेयर करने वाली होई तो अगले सोमवार नूं ले लांगे। ठीक है, शुक्रिया जी। तो सारी संगत का बहुत बहुत शुक्रिया और सारे पैनल के वीरां का भी मैं बहुत बहुत धन्नवाद करदा।